ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਇਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। सिंगर ललकारा जाहे नहीं अब आगे हो यारा। वाहिगुरु जी का खालसा वाहिगुरु जी की फतेह। गुरु रूप गुरु खालसा गुरु की साथी निवाजी संगत जीओ। वडभागे को सहमत की गुर प्राप्त हुई है। गुरु सवारी पासों आप जी ने रात्रि के दीवाना अंदर रब्बी बाणी का कीर्तन सरन किया है। कल युग में कीर्तन प्रधाना गुरु जपिए लाए त्या। हर की अकथ कहानी कछ कथन न जाए। उस रब दियां कहानियां खालसे का 18वीं सदी का इतिहास कविराज शहीद भाई रतन सिंह जी भंगू पुत्र भाई राय सिंह जी मीरा कोटियां पोतरा भाई मेहताब सिंह जी मीरा कोटियां जिन्हां ने मस्से रंगड़ का सिर जिहड़ा सी लाया सी। उन्हां दी बाकमाल कलम की लिखत प्राचीन पंथ प्रकाश ग्रंथ इस तो वड्डा कोई ग्रंथ नहीं जिहदे विच 18वीं सदी के ਸਿੰਘਾਂ ਦਾ ਇਤਿਹਾਸ ਜਿਹੜਾ ਹੈ ਕਿਸੇ ਨੇ ਅੰਕਿਤ ਕੀਤਾ ਹੋਵੇ। ਇਸ ਗ੍ਰੰਥ ਤੋਂ ਸੇਧ ਲੈ ਕਰਕੇ ਕਈਆਂ ਨੇ ਜਿਹੜੇ ਨੇ ਹੋਰ ਬਹੁਤ ਲਿਖਤਾਂ ਲਿਖ ਦਿੱਤੀਆਂ। ਇੱਥੋਂ ਤੱਕ ਕਈਆਂ ਨੇ ਫਿਰ ਸਿੱਖ ਇਤਿਹਾਸ ਦਾ ਜਦੋਂ ਦੂਸਰਾ ਭਾਗ ਇਹ 18ਵੀਂ ਸਦੀ ਚੱਲਦਾ ਹੈ ਉਹਦੇ ਉੱਤੇ PhD ਤੱਕ ਜਿਹੜੇ ਨੇ ਉਹ ਕਰ ਗਏ। ਪਰ ਜੇ ਮੁਕੰਮਲ ਜੜ ਦੇਖਣੀ ਹੋਵੇ ਇਸ ਇਤਿਹਾਸ ਦੀ ਤੇ ਇਸ ਗ੍ਰੰਥ ਨੂੰ ਪੜ੍ਹੇ ਤੋਂ ਬਗੈਰ ਕਿਸੇ ਦੀ ਵੀ ਕੋਈ PhD ਜਾਂ ਕੋਈ ਲਿਖਤ ਜਿਹੜੀ ਹੈ ਉਹ ਅਧੂਰੀ ਹੈ। ਸੋ ਆਪ ਜੀ ਇਸ ਮਹਾਨ ਗ੍ਰੰਥ ਦੀ ਕਥਾ ਸਰਵਣ ਕਰਦੇ ਆ ਰਹੇ ਹੋ। ਬਾਬਾ ਨਿਹੰਗ ਅਕਾਲੀ ਗੁਰਬਖਸ਼ ਸਿੰਘ ਜੀ ਨੇ ਤਿਆਰ ਹੋਣਾ ਕੀਤਾ ਹੈ। ਆਪ ਲਾੜਾ ਸੱਜ ਗਏ ਨੇ। ਨਾਲ ਦੇ ਸਿੰਘ ਜਿਹੜੇ ਨੇ ਉਹ ਸ਼ਰਬਾਲੇ ਨੇ। ਤੇ ਇਸ ਦੁਨੀਆ ਦੇ ਮਹਾਨ ਯੁੱਧ ਦੇ ਅੰਦਰ ਇੱਕ ਵਿਲੱਖਣਤਾ ਭਰਪੂਰ ਗੱਲ ਇਹ ਹੈ ਕਿ ਇੱਕ ਪਾਸੇ ਉਹ ਅਬਦਾਲੀ ਜਿਹੜਾ ਹੈ 30,000 ਦੀ ਫੌਜ ਲੈ ਕੇ ਚੜ੍ਹਿਆ ਹੈ ਤੇ ਦੂਜੇ ਪਾਸੇ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਅੰਮ੍ਰਿਤਸਰ ਜੀ ਦੀ ਜਿਹੜੀ ਹੈ ਮਰਿਆਦਾ ਨਾ ਭੰਗ ਹੋਣ ਦੀ ਕਸਮ ਖਾਂਦਿਆਂ ਸਿਰਫ ਬਾਬਾ ਜੀ ਆਪ ਤੇ ਨਾਲ ਹੋਰ 29 ਸਿੰਘ ਗਿਣਤੀ ਦੇ 30 ਸਿੰਘ ਜਿਹੜੇ ਨੇ ਇਸ ਯੁੱਧ ਦੇ ਵਿੱਚ ਉਸ 30,000 ਦੇ ਨਾਲ ਜਿਹੜਾ ਹੈ ਉਹ ਮੁਕਾਬਲਾ ਕਰ ਰਹੇ ਨੇ। ਬਾਬਾ ਜੀ ਹੁਣਾਂ ਨੇ ਦਰਸ਼ਨੀ ਡਿਊੜੀ ਲੰਘਦਿਆਂ ਹੋਇਆਂ ਪਰਿਕਰਮਾ ਕੀਤੀਆਂ। ਦਰਬਾਰ ਸਾਹਿਬ ਜੀ ਦੀਆਂ ਮੁੱਖ ਦਰਵਾਜ਼ੇ 'ਤੇ ਆ ਕੇ ਅਰਦਾਸ ਬੇਨਤੀ ਕਰਦੇ ਨੇ, ਹੇ ਸੋਢੀ ਸੁਲਤਾਨ ਤੂੰ ਕਿਰਪਾ ਕਰ ਇਹ ਸੀਸ ਤਾਂ ਜਿਹੜਾ ਹੈ ਲੱਥ ਜਾਵੇ ਪਰ ਸਿੱਖੀ ਜਿਹੜੀ ਹੈ ਕੇਸਾਂ ਸਵਾਸਾਂ ਦੇ ਨਾਲ ਨਿਭ ਜਾਵੇ। ਇੰਨੇ ਨੂੰ ਅਬਦਾਲੀ ਦੀਆਂ ਫੌਜਾਂ ਦਾ ਜਿਹੜਾ ਹੈ ਉਹ ਧਾਵਾ ਬੋਲਿਆ ਜਾਂਦਾ ਹੈ ਤੇ ਨੂਰ ਮੁਹੰਮਦ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਜਦੋਂ ਬਾਬਾ ਜੀ ਨੇ ਦਰਬਾਰ ਸਾਹਿਬ ਜੀ ਦੇ ਅੰਦਰ ਮੱਥਾ ਟੇਕ ਲਿਆ ਸੀ ਤੇ ਉਦੋਂ ਤੱਕ ਅਬਦਾਲੀ ਦੀਆਂ ਫੌਜਾਂ ਜਿਹੜੀਆਂ ਨੇ ਉਹ ਪਰਿਕਰਮਾ ਤੱਕ ਜਿਹੜੀਆਂ ਸਨ ਉਹ ਪਹੁੰਚ ਚੁੱਕੀਆਂ ਸਨ। ਦੋਨਾਂ ਫੌਜਾਂ ਦਾ ਹੁਣ ਜਿਹੜਾ ਹੈ ਆਪਸੀ ਟਕਰਾਅ ਹੋਇਆ ਹੈ। ਪਰ ਇੱਦਾਂ ਦੀ ਲੜਾਈ ਹੈ ਜਿਹਦੇ ਵਿੱਚ ਉਹ ਤੇ ਸੰਜੋਆ ਪਹਿਨ ਕੇ ਆਏ ਨੇ। ਆਪਣੇ ਆਪ ਨੂੰ ਜਿਹੜਾ ਹੈ ਪੂਰੀ ਤਿਆਰ ਸਨ ਤੇ ਇੱਧਰ ਜਿਹੜੇ ਆਪਣੇ ਸਿੰਘ ਸਨ ਉਹਨਾਂ ਦੀਆਂ ਗਲਾਂ ਦੇ ਵਿੱਚ ਸਿਰਫ ਗਾਤਰੇ ਤੇੜ ਉਹਨਾਂ ਦੇ ਕਸ਼ਹਿਰੇ ਨੇ ਤੇ ਕਿਸੇ ਟਾਵੇਂ ਦੇ ਜਿਹੜਾ ਹੈ ਚੋਲਾ ਪਹਿਨਿਆ ਹੋਇਆ ਹੈ। ਹੱਥ ਦੇ ਵਿੱਚ ਕਿਰਪਾਨਾਂ ਤੇ ਕਟਾਰਾਂ ਨੇ। ਉਹਨਾਂ ਦੇ ਹੱਥਾਂ ਦੇ ਵਿੱਚ ਬੰਦੂਕਾਂ ਤੇ ਬਰਸ਼ੇ ਆਦਿਕ ਹੋਰ ਬੜਾ ਸਮਿਆਨਾ ਨੇ ਲੜਾਈ ਵਾਲਾ। ਉਹ ਪੂਰੀ ਤਿਆਰੀ ਦੇ ਨਾਲ ਸਿੰਘਾਂ ਨੂੰ ਖਤਮ ਕਰਨ ਲਈ ਆ ਰਹੇ ਨੇ ਤੇ ਇੱਧਰ ਸਿੰਘ ਜਿਹੜੇ ਨੇ ਪੂਰੀ ਤਿਆਰੀ ਦੇ ਨਾਲ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਪਣਾ ਸੀਸ ਭੇਟ ਜਿਹੜਾ ਹੈ ਕਰਨ ਵਾਸਤੇ ਤਿਆਰ ਹੋ ਕਰਕੇ ਇਹ
दोनों ਜਿਹੜੇ ਨੇ ਫੌਜਾਂ ਆਪਸ ਦੇ ਵਿੱਚ ਭਾਰੀ ਜਿਹੜੀ ਨੇ ਉਹ ਹੱਥੋਂ ਪਾਈ ਕਹਿ ਲਈਏ ਜੰਗ ਜਿਹੜੀ ਹੈ ਉਹ ਹੋ ਰਹੀ ਹੈ। ਤੇ ਹੁਣ ਇੱਥੇ ਕਵਿਰਾਜ ਜੀ ਨੇ ਇਸ ਗੱਲ ਦਾ ਖੁਲਾਸਾ ਕੀਤਾ, ਜਦੋਂ ਭਾਰੀ ਘੁਮਸਾਨ ਦਾ ਜੰਗ ਹੋ ਰਿਹਾ ਸੀ ਤੇ ਉਦੋਂ ਉਹਨਾਂ ਸਿੰਘਾਂ ਨੇ ਫਿਰ ਜਦੋਂ ਅਬਦਾਲੀ ਦੀਆਂ ਫੌਜਾਂ ਨੂੰ ਇੱਕ ਵਾਰੀ ਚੱਲਦੇ ਮੈਦਾਨ ਦੀ ਲੜਾਈ ਦੇ ਵਿੱਚ ਲਲਕਾਰਾ ਜਿਹੜਾ ਹੈ ਮਾਰਨ ਕੀਤਾ ਹੈ। ਕਥਾ ਕਿਸ ਤਰ੍ਹਾਂ ਅੱਗੇ ਚੱਲ ਰਹੀ ਹੈ, ਸਰਵਣ ਕਰੀਏ, ਦਿਓ ਅਸੀਸ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਾਂ ਉਹਨੇ ਸਿੰਘ ਦਿਓ ਲਲਕਾਰਾ। ਉਦੋਂ ਫਿਰ ਅਬਦਾਲੀ ਦੀਆਂ ਫੌਜਾਂ ਨੂੰ ਸਿੰਘਾਂ ਨੇ ਕਹਿਣਾ ਕੀਤਾ, ਉਹ ਸਿੰਘੋ ਵਾਹਿਗੁਰੂ, ਉਹ ਗਿਲ ਜਿਓ, ਸਾਹਮਣੇ ਤੇ ਆਓ, ਤੁਹਾਨੂੰ ਆਪਾਂ ਦੇਖ ਲੈਨੇ ਹਾਂ, ਤੁਸੀਂ ਕਿੰਨੇ ਕੇ ਬਹਾਦਰ ਹੋ ਜੀ। ਜਾਏ ਨਹੀਂ ਅਬ ਅਗੇ ਹੋ ਯਾਰ, ਉਹ ਮੁਹੰਮਦ ਦੇ ਯਾਰ, ਉਹ ਮੁਹੰਮਦ ਦੇ ਇਕਬਾਲੀਓ, ਸਾਹਮਣੇ ਆਓ, ਦੇਖੋ ਸਿੰਘ ਸੂਰਮੇ ਜਿਹੜੇ ਨੇ ਅੱਗੇ ਖੜੇ ਹੋਏ ਨੇ। ਹੁਣ ਵੈਰੀ ਤੁਹਾਨੂੰ ਭੱਜਣ ਨਹੀਂ ਦੇਵੇਗਾ, ਤੁਸੀਂ ਬਾਹਰ ਭੱਜਣ ਦੀ ਕੋਸ਼ਿਸ਼ ਵੀ ਕਰੋਗੇ ਤੇ ਸਿੰਘ ਜਿਹੜੇ ਨੇ ਫੜ ਫੜ ਕੇ ਤੁਹਾਨੂੰ ਦਬੋਚਣਗੇ ਜੀ। ਇਹ ਅਸੀਂ ਹੁਣ ਧਰਮ ਦਾ ਯੁੱਧ ਜਿਹੜਾ ਹੈ ਉਹ ਲੜ ਰਹੇ ਹਾਂ, ਤੁਸੀਂ ਅੱਗੇ ਆਓ, ਅਸੀਂ ਤੁਹਾਡੇ ਦੇ ਨਾਲ ਜਿਹੜੇ ਹਾਂ ਦੋ ਹੱਥ ਜਿਹੜੇ ਹੈ ਉਹ ਕਰਨੇ ਚਾਹੁੰਦੇ ਹਾਂ ਜੀ। ਤੇ ਉਸ ਸਮੇਂ ਇਸ ਤਰ੍ਹਾਂ ਦਾ ਵੀ ਵਰਤਾਵਾ ਹੋਇਆ ਗੁਰੂ ਦੀ ਸੰਗਤ ਜੀ ਕਿ ਸਿਰਫ ਬਾਬਾ ਗੁਰਬਖਸ਼ ਸਿੰਘ ਜੀ ਦੇ ਇੱਕ ਇਸ਼ਾਰਾ ਦੇਣ ਦੀ ਜਿਹੜੀ ਸੀ ਨਾ ਉਹ ਦੇਰ ਹੁੰਦੀ ਸੀ, ਕਿਉਂਕਿ ਯੁੱਧ ਦੇ ਸਮੇਂ ਦੇ ਅੰਦਰ ਸਿੰਘਾਂ ਨੂੰ ਜਿਹੜੇ ਕਰਤੱਵ ਸਿਖਾਏ ਜਾਂਦੇ ਨੇ ਯੁੱਧ ਦੇ ਵਿੱਚ, ਰਣ ਭੂਮੀ ਦੇ ਵਿੱਚ ਵਰਤਣ ਵਾਸਤੇ, ਉੱਥੇ ਮੂੰਹ ਦੇ ਅਲਫਾਜ਼ ਨਹੀਂ ਬੋਲੇ ਜਾਂਦੇ, ਉੱਥੇ ਹੱਥ ਦੀ ਉਂਗਲ ਦਾ ਇਸ਼ਾਰਾ, ਉੱਥੇ ਹੱਥ ਦਾ ਇਸ਼ਾਰਾ, ਉੱਥੇ ਅੱਖ ਦੇ ਇਸ਼ਾਰੇ ਦੇ ਨਾਲ ਯੁੱਧ ਹੁੰਦਾ ਹੈ। ਜੇ ਬੋਲਣ ਤੱਕ ਗੱਲ ਸੀਮਤ ਹੋ ਗਈ ਤੇ ਫਿਰ ਜਿਹੜਾ ਹੈ ਉਹ ਜ਼ਿਆਦਾ ਜਿਹੜੀ ਹੈ ਆਪਣਾ ਖੂਨ ਡੋਲਦਾ ਹੈ। ਬਾਬਾ ਜੀ ਦਾ ਇਸ਼ਾਰਾ ਸੀ, ਜਿਸ ਤਰ੍ਹਾਂ ਭਾਈ ਤਾਰਾ ਸਿੰਘ ਜੀ ਵਾਂ ਜਦੋਂ ਯੁੱਧ ਦੇ ਵਿੱਚ ਲੜਦੇ ਨੇ ਤੇ ਉਹ ਕਹਿੰਦੇ ਨੇ ਇਹਨਾਂ ਗਿਲਜਿਆਂ ਦੇ ਗਧਿਆਂ ਨੂੰ ਜਿਹੜਾ ਹੈ ਨਾ ਟੱਪ ਜਾਓ। ਤੇ ਹੁਣ ਗਧੇ ਉਹ ਤੇ ਆਏ ਸੀ ਹਾਥੀਆਂ ਦੇ ਉੱਤੇ, ਗਿਲਜੇ ਹਾਥੀਆਂ ਦੇ ਉੱਤੇ ਸਨ, ਤੇ ਬਾਬਾ ਜੀ ਕਹਿੰਦੇ ਗਧਿਆਂ ਨੂੰ ਜਿਹੜੇ ਨੇ ਉਹ ਟੱਪ ਜਾਓ। ਤੇ ਇਹੋ ਜਿਹੇ ਸੂਰਮੇ ਇੱਕ ਛਾਲ ਦੇ ਵਿੱਚ ਹਾਥੀਆਂ ਨੂੰ ਟੱਪ ਕੇ ਦੂਜੇ ਪਾਸਿਓਂ ਦੀ ਲੰਘਦੇ ਹੋਏ ਸਿੰਘਾਂ ਜਿਹੜੇ ਸਨ ਉਹ ਗਿਲਜਿਆਂ ਨੂੰ ਚੀਰ ਜਾਂਦੇ ਸਨ। ਇੱਥੇ ਵੀ ਉਹੀ ਕਹਾਣੀ ਹੈ, ਟੱਪ ਘੋੜਨ ਫੜ ਤੇਗਨ ਲੜਿਓ। ਉਹ ਗਿਲਜਿਆਂ ਦੇ ਘੋੜਿਆਂ ਦੇ ਉੱਤੋਂ ਦੀ ਜਿਹੜੇ ਸਨ ਟੱਪ ਕੇ ਤੇ ਤੇਗਾਂ ਫੜ ਕੇ ਜਿਹੜੇ ਨੇ ਉਹਨਾਂ ਦੇ ਸਿਰ ਕਲਮ ਕਰ ਰਹੇ ਹਨ ਜੀ। ਤੇ ਜਦੋਂ ਗਿਲਜਿਆਂ ਨੇ ਇੰਨਾ ਕੁਝ ਦੇਖਿਆ ਵੀ ਆ ਹੋ ਕੀ ਰਿਹਾ ਹੈ, ਇੰਨੀ ਭਾਰੀ ਫੌਜ, ਗਿਣਤੀ ਦੇ 30 ਨੇ, ਦਿਖਣ ਨੂੰ ਉਹਨਾਂ ਨੂੰ ਬਹੁਤ ਜ਼ਿਆਦਾ ਹੋ ਰਿਹਾ ਹੈ। ਤੇ ਜਦੋਂ ਇੱਕਦਮ ਸ਼ੇਰ ਬਣ ਕੇ ਸਿੰਘ ਹੱਲਾ ਕਰਦੇ ਨੇ ਤੇ ਇਹਨਾਂ ਦੇ ਪੈਰ ਜਿਹੜੇ ਥੜਥੜਾਏ ਤੇ ਉਸੇ ਹੀ ਥੜਥੜਾਹਟ ਦੇ ਵਿੱਚ ਇਹਨਾਂ ਨੇ ਆਪਣੀਆਂ ਬੰਦੂਕਾਂ ਦੇ ਛਰਲੇ ਜਿਹੜੇ ਨੇ ਖੋਲ ਦਿੱਤੇ। ਬਹੁਤ ਸਿੰਘ ਗਿਰੇ ਪੜੇ ਉਤੇ ਸੁਹਿਲ ਕੀ ਲਾਗ। ਤੇ ਹੋਇਆ ਕਿ ਹੁਣ ਜਦੋਂ ਅੱਗੇ ਕਟਾਰਾਂ ਹਨ, ਕਿਰਪਾਨਾਂ ਹਨ, ਉਹਨਾਂ ਦੇ ਸਾਹਮਣੇ ਜਦੋਂ ਗੋਲੀ ਚੱਲੇਗੀ ਤੇ ਜਿਹੜਾ ਗੋਲੀ ਦੇ ਸਾਹਮਣੇ ਆ ਗਿਆ ਉਹ ਧਰਤੀ ਦੇ ਉੱਤੇ ਫਿਰ ਵਿਛ ਜਾਵੇਗਾ। ਇਸ ਤਰ੍ਹਾਂ ਸਿੰਘਾਂ ਨੂੰ ਗੋਲੀਆਂ ਲੱਗ ਰਹੀਆਂ ਨੇ ਤੇ ਸਿੰਘ ਜਿਹੜੇ ਨੇ ਉਹ ਜ਼ਮੀਨ ਦੇ ਉੱਤੇ ਸ਼ਹੀਦੀਆਂ ਪਾਈ ਜਾ ਰਹੇ ਹਨ ਜੀ। ਹੁਣ ਸੁਣੋ ਉਸ ਜੰਗ ਦਾ ਬਹਾਦਰ ਸੂਰਮਾ ਅਕਾਲੀ ਨਿਹੰਗ ਬਾਬਾ ਗੁਰਬਖਸ਼ ਸਿੰਘ ਜੀ, ਜਿਨ੍ਹਾਂ ਦੀ ਇਹ ਕਥਾ ਮਹਾਨ ਸ਼ਹੀਦੀ ਦੀ ਦਾਸਤਾਨ ਚੱਲ ਰਹੀ ਹੈ, ਜਦੋਂ ਦੇਖਿਆ ਕਿ ਇਹਨਾਂ ਜ਼ਾਲਮਾਂ ਨੇ ਜਿਹੜਾ ਹੈ ਗੋਲੀਆਂ ਦੀਆਂ ਬਸ਼ਾਰਾਂ ਕਰ ਦਿੱਤੀਆਂ, ਬਾਬਾ ਨਿਹੰਗ ਅਕਾਲੀ ਫੂਲਾ ਸਿੰਘ ਆਪ ਜੰਗੇ ਮੈਦਾਨ ਦੇ ਅੰਦਰ ਜਿਹੜਾ ਹੈ ਰਣ ਭੂਮੀ ਦੇ ਅੰਦਰ ਆਪਣੇ ਕਦਮਾਂ ਨੂੰ ਵਧਾਉਣ ਲੱਗਾ ਤੇ ਵਧਾਉਂਦਿਆਂ ਹੀ ਉਹਨੇ ਜਿਹੜਾ ਹੈ ਆਪਣੀ ਤੇਗ ਜਿਹੜੀ ਹੈ ਉਹ ਹੱਥ ਦੇ ਵਿੱਚ ਫੜ ਲਈ ਹੈ ਜੀ। ਤੇ ਆਪਣੀ ਤੇਗ ਦੇ ਨਾਲ ਗਿਲਜਿਆਂ ਅਬਦਾਲੀਆਂ ਦੀ ਫੌਜ ਨੂੰ ਜਿਹੜਾ ਹੈ ਮੌਤ ਦੇ ਘਾਟ ਉਤਾਰਿਆ ਹੈ ਜੀ। ਤੇ ਇੰਨਾ ਕਿ ਜ਼ਬਰਦਸਤ ਵਾਰ ਹੈ ਬਾਬਾ ਜੀ ਦੇ ਹੱਥ ਦਾ ਕਿ ਇੱਧਰ ਨੰਗੇ ਪਿੰਡੇ ਕਹਿ ਲਈਏ, ਇੱਕ ਤਨ ਦੇ ਉੱਤੇ ਚੋਲਾ ਪਾਇਆ,
ਦੂਜੇ ਪਾਸੇ ਸਿਰ ਵੀ ਜਿਹੜੇ ਨੇ ਉਹ ਲੋਹੇ ਦੇ ਮੁਕਟਾਂ ਦੇ ਨਾਲ ਲੁਕੇ ਹੋਏ। ਸਰੀਰ ਇਸ ਛਾਤੀ ਨੂੰ ਬਚਾਉਣ ਵਾਸਤੇ, ਪਿੱਛੋਂ ਪਿੱਠ ਨੂੰ ਬਚਾਉਣ ਵਾਸਤੇ, ਬਾਹਾਂ ਨੂੰ ਬਚਾਉਣ ਵਾਸਤੇ ਹਰ ਇੱਕ ਤਿਆਰੀ ਜ਼ਾਲਮ ਨੇ ਕੀਤੀ ਹੋਈ ਸੀ। ਸੰਜੋਗਾਂ ਪੈਂਦੀਆਂ ਹੋਈਆਂ, ਲੋਹੇ ਦੇ ਦਸਤਾਨੇ ਪਹਿਨੇ, ਪਰ ਇਹੋ ਜਿਹੇ ਸੂਰਮੇ ਦਾ ਇੱਕੋ ਵਾਰ ਆਂਦੇ ਉਹ ਸੰਜੋਗ ਨੂੰ ਪਾੜਦਾ ਹੋਇਆ, ਸਿਰੇ 'ਚ ਚੀਨ ਪਾਉਂਦਾ ਹੋਇਆ ਉਹਨੂੰ ਮੌਤ ਦੀ ਨੀਂਦ ਸੁਝਾ ਰਿਹਾ ਹੈ ਜੀ। ਤੇ ਇਸੇ ਤਰ੍ਹਾਂ ਹੋਰਾਂ ਦੇ ਵੀ ਜਿਹੜੇ ਨੇ ਬਾਬਾ ਜੀ ਆਹੂ ਲਾ ਰਹੇ ਹਨ ਜੀ। ਤੇ ਹੌਲੀ ਹੌਲੀ ਫਿਰ ਬਾਬਾ ਜੀ ਜੁਰਤ ਕਰਦਿਆਂ ਹੋਇਆਂ ਜਿਹੜੇ ਨੇ ਅੱਗੇ ਜੰਗੇ ਮੈਦਾਨ ਦੇ ਵਿੱਚ ਵੱਧ ਰਹੇ ਹਨ ਜੀ। ਤੇ ਜਿਹੜੇ ਗਿਲਜੇ ਸੈਨਾ ਉਹਨਾਂ ਨੇ ਜਿਹੜਾ ਸੀ ਆਪਣਾ ਮੁੱਖ ਵੀ ਜਿਹੜਾ ਹੈ ਪਿੱਛੇ ਨਹੀਂ ਹਟਾਇਆ। ਇਹ ਕਿਹੜਾ ਕੋਈ ਕੈਰ ਕੌਮ ਸੀ, ਇਹ ਵੀ ਬਹਾਦਰਾਂ ਦੀ ਕੌਮ ਸੀ ਗਿਲਜੇ। ਕਿਤੇ ਪਠਾਨਾਂ ਨੂੰ ਇੱਕ ਸਾਈਡ ਤੇ ਕਰ ਦਈਏ ਤੇ ਇਹਨਾਂ ਗਿਲਜਿਆਂ ਦੀ ਜਿਹੜੇ ਸਨ ਉਹ 7-7 ਫੁੱਟੇ ਦਿਓ ਖਾਣੇ ਜਿਹੜੇ ਸਨ। ਇਹੋ ਜਿਹੇ ਮਹਾਨ ਸੂਰਮੇ ਹਨ, ਇਹਨਾਂ ਨੂੰ ਦੁਸ਼ਮਣ ਨੂੰ ਕਦੇ ਮਾੜਾ ਵੀ ਨਹੀਂ ਸਮਝਣਾ ਚਾਹੀਦਾ। ਜਦੋਂ ਜੰਗੇ ਮੈਦਾਨ ਦੇ ਵਿੱਚ ਆ ਜਾਈਏ ਆਂਦੇ ਇਹਨਾਂ ਨੇ ਵੀ ਆਪਣੇ ਪੂਰੇ ਜ਼ੋਰ ਜਿਹੜਾ ਹੈ ਲਾਉਣਾ ਕੀਤਾ ਹੈ ਜੀ। ਤੇ ਫਿਰ ਜਦੋਂ ਗਿਲਜਿਆਂ ਨੂੰ ਹੁਣ ਵਾਰ ਝੱਲਣੇ ਪਏ ਅੱਗੋਂ, ਤੇ ਇਹਨਾਂ ਨੇ ਕੀ ਕੀਤਾ ਹੈ ਕਿ ਇੱਕ ਜਿਹੜਾ ਹੈ ਨਾ ਆਪਣੀ ਵਿਉਂਤਬੰਦੀ ਜਿਹੜੀ ਹੈ ਉਹ ਪਲਟਾਉਣੀ ਕੀਤੀ। ਇੱਕ ਤਰੀਕਾ ਹੋਰ ਵਰਤਿਆ। ਜਦੋਂ ਦੇਖਿਆ ਸਿੰਘ ਜਿਹੜੇ ਨੇ ਮੂੰਹਾਂ ਦੇ ਉੱਤੇ ਆ ਕੇ ਕਿਰਪਾਨਾਂ ਦੇ ਵਾਰ ਕਰਦੇ ਪਏ ਨੇ, ਉਹ ਨੰਗੇ ਪੈਰੀ ਨੇ, ਕੋਈ ਘੋੜੇ ਨਹੀਂ ਨੇ ਸਿੰਘਾਂ ਦੇ ਕੋਲ। ਉਹ 30 ਸਿੰਘ ਜਿਹੜੇ ਨੇ ਦਰਬਾਰ ਸਾਹਿਬ ਜੀ ਦੀ ਬੇਹਲੂਤੀ ਨੂੰ ਬਚਾਉਣ ਵਾਸਤੇ, ਜਿਹੜੀ ਹੈ ਮਰਿਆਦਾ ਕਾਇਮ ਰੱਖਣ ਵਾਸਤੇ ਨੰਗੇ ਪੈਰੀ ਲੜ ਰਹੇ ਨੇ। ਇੱਧਰ ਘੋੜਿਆਂ ਤੇ ਚੜੇ ਹੋਏ ਨੇ। ਤੇ ਜਦੋਂ ਇਹਨਾਂ ਨੇ ਦੇਖਿਆ ਸਿੰਘਾਂ ਦੇ ਵਾਰ ਸਾਡੇ ਮੂੰਹਾਂ ਦੇ ਉੱਤੇ ਵੱਜਦੇ ਪਏ ਨੇ, ਇਹਨਾਂ ਆਪਣੇ ਪਿੱਛੇ ਪਿੱਠ ਦੇ ਬੰਨੀਆਂ ਹੋਈਆਂ ਢਾਲਾਂ ਜਿਹੜੀਆਂ ਨੇ ਉਹ ਖਿੱਚਣੀਆਂ ਕੀਤੀਆਂ ਤੇ ਉਹਨਾਂ ਢਾਲਾਂ ਦੇ ਨਾਲ ਸਿੰਘਾਂ ਦੇ ਵਾਰ ਜਿਹੜੇ ਨੇ ਬਚਾਉਂਦੇ ਹਨ ਜੀ। ਤੇ ਦੂਜੇ ਪਾਸੇ ਸਿੰਘ ਤੇ ਪਹਿਲਾਂ ਹੀ ਮਰਨ ਲਈ ਤਿਆਰ ਸਨ। ਆਪਣੇ ਸੀਸ ਜਿਹੜੇ ਸਨ ਉਹ ਜਾਨ ਧਲੀ ਤੇ ਧਰ ਕੇ ਆਏ ਹੋਏ ਸਨ। ਉਹ ਕਹਿੰਦੇ ਤੁਸੀਂ ਢਾਲਾਂ ਆਪਣੀਆਂ ਜਿਹੜੀਆਂ ਨੇ ਸੰਭਾਲੋ, ਸਾਨੂੰ ਢਾਲਾਂ ਦੀ ਲੋੜ ਨਹੀਂ। ਸਾਡੇ ਢਾਲ ਜਿਹੜੇ ਨੇ ਉਹ ਸਾਡੀਆਂ ਛਾਤੀਆਂ ਨੇ, ਵਾਰ ਕਰੋਗੇ ਤੇ ਇਹ ਢਾਲਾਂ ਬਣ ਕੇ ਜਿਹੜੇ ਇਹਨਾਂ ਦੇ ਵਾਲ ਝੱਲਣਗੇ ਜੀ। ਇੰਨਾ ਚਿੱਤ ਤਿਆਰ ਕਰ ਲਿਆ ਕਿ ਕਦੇ ਓਲੇ ਹੋਣ ਦਾ ਸੋਚਦੇ ਹੀ ਨਹੀਂ ਹੈ ਕਿ ਆਪਾਂ ਇਸ ਜ਼ਾਲਮ ਫੌਜ ਤੋਂ ਜਿਹੜਾ ਹੈ ਓਲੇ ਹੋ ਜਾਈਏ। ਜਦੋਂ ਗਿਲਜੇ ਜਿਹੜੇ ਨੇ ਆਪਣੀ ਤੇਗ ਦਾ ਵਾਰ ਲੈ ਕੇ ਆਉਂਦੇ ਹਨ ਜੀ, ਤੇ ਸਿੰਘ ਅੱਗੇ ਹੋ ਕੇ ਸਨਮੁਖ ਹੋ ਕੇ ਉਸ ਜ਼ਾਲਮ ਦੇ ਉਹਨਾਂ ਵਾਰਾਂ ਨੂੰ ਜਿਹੜਾ ਹੈ ਆਪਣੇ ਉੱਤੇ ਝੱਲਣਾ ਕਰਦੇ ਹਨ ਜੀ। ਤੇ ਇੰਨਾ ਜੋਸ਼ ਹੈ ਸਿੰਘਾਂ ਦੇ ਅੰਦਰ ਕਿ ਉਹ ਅੱਖ ਤੱਕ ਵੀ ਨਹੀਂ ਝਮਕਦੇ। ਜਿੱਥੇ ਸਿੰਘਾਂ ਦਾ ਨਾਲ ਨਾਲ ਵਰਨ ਹੈ, ਉੱਥੇ ਬਾਬਾ ਜੀ ਦੀ ਵੀ ਸ਼ਖਸੀਅਤ ਜਿਹੜੀ ਹੈ ਇੱਥੇ ਨਕਾ ਨਕ ਭਰਪੂਰ ਦਰਸਾਈ ਜਾ ਰਹੀ ਹੈ। ਜਿੱਥੇ ਸਿੰਘ ਵੀ ਅੱਖ ਨਹੀਂ ਝਮਕਦੇ, ਉੱਥੇ ਬਾਬਾ ਜੀ ਨੇ ਜਦੋਂ ਤੇਗ ਫੜ ਕਰਕੇ ਰਣ ਭੂਮੀ ਦੇ ਵਿੱਚ ਹੁਣ ਗਏ ਹੋਏ ਨੇ ਤੇ ਉਹਨਾਂ ਗਿਲਜਿਆਂ ਦੇ ਆਹੂ ਲਾ ਰਹੇ ਨੇ। ਤੇਗ ਤੇ ਹੱਥ ਦੇ ਵਿੱਚ ਹੈ, ਪਰ ਬਾਬਾ ਜੀ ਦੇ ਹੱਥ ਦੇ ਵਿੱਚ ਢਾਲ ਨਹੀਂ ਹੈ। ਅੱਗੋਂ ਸੂਰਮਾ ਜਦੋਂ ਵਾਰ ਕਰਦਾ ਹੈ ਉਹਨੂੰ ਬੜੀ ਦਲੇਰੀ ਦੇ ਨਾਲ ਝੱਲਦੇ ਨੇ ਤੇ ਉਹਦੇ ਵਾਰ ਝੱਲਣ ਲੱਗਿਆਂ ਅੱਖ ਦਾ ਝਮਕਣਾ ਇਸ ਤਰ੍ਹਾਂ ਹੈ ਕਿ ਮੌਤ ਨੂੰ ਜਿਹੜਾ ਹੈ ਕਬੂਲ ਕਰ ਲੈਣਾ। ਰਣ ਭੂਮੀ ਦੇ ਅੰਦਰ ਜੇ ਕਿਤੇ ਅੱਖ ਝਮਕੀ ਗਈ ਦੁਸ਼ਮਣ ਦੇ ਵੱਲੋਂ ਤੇ ਫਿਰ ਸਮਝ ਲਓ ਕਿ ਉਹਦਾ ਵਾਰ ਜਿਹੜਾ ਹੈ ਤੁਹਾਡੇ ਸੀਨੇ ਤੇ ਲੱਗੇਗਾ ਹੀ ਲੱਗੇਗਾ। ਅੱਖ ਝਮਕਣ ਦਾ ਹੀ ਵਾਰ ਹੈ। ਜਦੋਂ ਅੱਖ ਝਮਕੀ ਗਈ ਉਦੋਂ ਸਾਹਮਣੇ ਵਾਲਾ ਜਿਹੜਾ ਹੈ ਉਹ ਝਟਕਾਇਆ ਜਾਂਦਾ ਹੈ। ਉਹ ਬਿਆਨ ਕਰ ਰਹੇ ਨੇ ਕਿ ਆਂਖ ਨਾ ਝਮਕੈ ਸੀਸ ਨਾ ਮੋੜੈ, ਨਾ ਤੇ ਉਧਰੋਂ ਮੁਖ ਮੋੜਦੇ ਨੇ ਜਿੱਧਰੋਂ ਵਾਰ ਆਉਂਦਾ ਪਿਆ ਬਾਬਾ ਜੀ, ਤੇ ਨਾ ਹੀ ਆਪਣੀ ਅੱਖ ਦਾ ਝਮੱਕਾ ਜਿਹੜੇ ਨੇ ਉਹ ਝੱਕਦੇ ਹਨ ਜੀ। ਨਾ ਪਿੱਛੇ ਨੂੰ ਜਿਹੜੇ ਤੱਕਦੇ ਨੇ, ਅੱਗੇ ਅੱਗੇ ਹੋਰ ਵਧੀ ਜਾ ਰਹੇ ਹਨ ਜੀ। ਜਦੋਂ ਇੰਨਾ ਜੋਸ਼ ਦੇਖਿਆ ਤੇ ਕੱਲਾ ਸੂਰਮਾ ਜਿਹੜਾ ਹੈ, ਬਾਕੀ ਸਿੰਘ ਤੇ ਆਪਾਂ ਜਿਹੜੇ ਨੇ ਉਹਨਾਂ ਨੂੰ ਨਾਸਤੇ ਨਬੂਦ ਕਰ ਦਿੱਤਾ। ਹੋਰ ਇੱਕ ਦੋ ਹੋਰ ਸਿੰਘ ਰਹਿ ਗਏ ਹੋਣਗੇ, ਸ਼ਹੀਦੀਆਂ ਹੋ ਰਹੀਆਂ ਤੇ ਇਹ ਕੱਲਾ ਹੀ ਸਿੰਘ ਜਿਹੜਾ ਇੰਨੇ ਜੋਸ਼ ਦੇ ਨਾਲ ਜਿਹੜਾ ਹੈ ਸਾਡਾ ਟਾਕਰਾ ਕਰ ਰਿਹਾ ਹੈ। ਤੇ ਇੱਕ ਵਾਰੀ ਹੁਣ ਅਬਦਾਲੀ ਦੀ ਫੌਜ ਜਿਹੜੀ ਹੈ ਉਹ ਪੈਰਾਂ ਤੋਂ ਜਿਹੜੀ ਹੈ ਖਿਸਕ ਗਈ। ਇਸ ਕਰਕੇ
ਇਹਨਾਂ ਨੇ ਥੋੜਾ ਜਿਹਾ ਪਿੱਛੇ ਨੂੰ ਹੋਣਾ ਕੀਤਾ ਹੈ ਜੀ। ਸਿੰਘ ਕੀ ਤੇਗ ਨ ਖੜਕੂ ਝੇਲੈ, ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕੌਣ ਝੱਲੈ? ਗੁਰੂ ਦੀ ਝਾਲਾ। ਉਹ ਜਿਹਨੇ ਗੁਰੂ ਦੀ ਝਾਲ ਜਿਹੜਾ ਹੈ ਕੌਣ ਝੱਲ ਸਕਦਾ ਹੈ? ਤੇ ਅੱਗੇ ਉਹਦੇ ਨੇ ਸਿੱਖ। ਬਾਬੇ ਨੇ ਇਸ ਬਾਣੀ ਦੇ ਅੰਦਰ ਇਸ ਗੱਲ ਦੀ ਜਿਹੜੀ ਹੈ ਉਹ ਸਾਖਸ਼ਾਤ ਮੋਹਰ ਲਾਈ ਹੈ। ਹਰ ਜਨ ਦੁਇ ਏਕ ਹੈ, ਬਿੰਬ ਵਿਚਾਰ ਕਛ ਨਾਹੀ, ਜਲ ਤੇ ਉਪਜ ਤਰੰਗ ਜੂ ਜਲ ਹੀ ਵਿਖੇ ਸਮਾਹੇ। ਹਰੀ ਤੇ ਹਰੀ ਦੇ ਜਨ ਦੇ ਵਿੱਚ ਕੋਈ ਫਿਕਰ ਹੀ ਨਹੀਂ ਹੈ, ਵਾਹਿਗੁਰੂ ਫਰਕ ਹੀ ਨਹੀਂ ਹੈ। ਇਸ ਕਰਕੇ ਆਂਦੇ ਬਾਬਾ ਜੀ ਨੇ ਫੇਰ ਜਿਹੜੀ ਹੈ ਉਹ ਤੇਗ ਜਦੋਂ ਵੋਹਣੀ ਕੀਤੀ ਹੈ, ਸਿੰਘ ਕੀ ਤੇਗ ਨਾ ਖੜਕੋ ਝੇਲੈ। ਬਾਬੇ ਦਾ ਕੀਤਾ ਹੋਇਆ ਵਾਰ ਇਹਨਾਂ ਗਿਲਜਿਆਂ ਨੂੰ ਬੜਾ ਮਹਿੰਗਾ ਪੈ ਰਿਹਾ ਹੈ, ਝੱਲਣਾ ਬੜਾ ਔਖਾ ਹੈ ਜੀ। ਦੋਹਰਾ ਗੋਲੀ ਛਾੜੈ ਦੂਰ ਖੜੇ, ਔ ਧਰੀ ਤਿਰਣ ਕੀ ਮਾਰ। ਤੇ ਜਦੋਂ ਇੰਨਾ ਕੁਝ ਹੋ ਗਿਆ ਡਰ ਗਏ ਗਿਲਜੇ। ਇਹਨਾਂ ਨੇ ਥੋੜਾ ਪਿਛਾਂਹ ਹੋਣਾ ਕੀਤਾ, ਥੋੜਾ ਪਿਛਾਂਹ ਹੋ ਕਰਕੇ ਦੂਰ ਜਾ ਕੇ ਥੋੜੀ ਫਿਰ ਕਹਿੰਦੇ ਹੁਣ ਜਿਹੜਾ ਹੈ ਲਾਗੇ ਹੋ ਕੇ ਕੰਮ ਨਹੀਂ ਬਣਨਾ, ਹੁਣ ਬੰਦੂਕਾਂ ਹੈ ਨੇ ਸਾਡੇ ਕੋਲ, ਆਪਾਂ ਦੂਰੋਂ ਹੋ ਕੇ ਜਿਹੜਾ ਹੈ ਵਾਰ ਕਰਾਂਗੇ। ਇਹਨਾਂ ਨੇ ਬੰਦੂਕਾਂ ਦੀਆਂ ਛਲਕਾਂ ਜਿਹੜੀਆਂ ਨੇ ਨਾ ਤੇ ਨਾਲ ਤੀਰ ਜਿਹੜੇ ਨੇ ਉਹ ਦੂਰੋਂ ਹੋ ਕੇ ਬਾਬਾ ਜੀ ਵੱਲ ਚਲਾਉਣੇ ਕੀਤੇ ਹਨ ਜੀ। ਸਿੰਘ ਗਲੇ ਚਰੀਰ ਚੀਰ ਸਰੀਰ ਕੋ ਪਰੈ ਜ਼ਖਮ ਸੁਆਰ। ਤੇ ਕੀ ਹੋਇਆ ਉਸ ਸਮੇਂ ਗੁਰੂ ਕੀ ਸੰਗਤ ਜੀ, ਬਾਬਾ ਜੀ ਨੂੰ ਫਿਰ ਉਹ ਗੋਲੀਆਂ ਜਿਹੜੀਆਂ ਨੇ ਸੀਨੇ ਦੇ ਵਿੱਚ ਲੱਗਦੀਆਂ, ਉਹ ਤੀਰਾਂ ਦੀ ਸਿੱਧੀ ਮਾਰ ਜਿਹੜੀ ਹੈ ਬਾਬਾ ਜੀ ਆਪਣੀ ਛਾਤੀ ਦੇ ਉੱਤੇ ਜਿਹੜੇ ਨੇ ਚੱਲਣਾ ਕਰਦੇ ਹਨ ਜੀ। ਤੇ ਇਹੋ ਜਿਹਾ ਵੀ ਉੱਥੇ ਮਾਹੌਲ ਜਿਹੜਾ ਸੀ ਕ੍ਰੀਏਟ ਹੋ ਗਿਆ ਕਿ ਜਿੱਥੇ ਜਿੱਥੇ ਕਈਆਂ ਸਿੰਘਾਂ ਨੂੰ ਵੀ ਇਹ ਤੀਰ ਲੱਗਦੇ ਸਨ ਜਾਂ ਗੋਲੀਆਂ ਲੱਗਦੀਆਂ ਸਨ, ਕਈਆਂ ਦੇ ਤੇ ਸਰੀਰ ਦੇ ਨਾਲੋਂ ਜਿਹੜਾ ਸੀ ਮਾਸ ਹੀ ਉੱਡਿਆ ਜਾ ਰਿਹਾ ਹੈ। ਤੇ ਕਈਆਂ ਦੇ ਜਿੱਥੇ ਗੋਲਾ ਕੋਈ ਵੱਡਾ ਵੱਜ ਜਾਵੇ ਆ ਕਰਕੇ ਉੱਥੇ ਹੱਡੀ ਜਿਹੜੀ ਸੀ ਨਸ ਤੋਂ ਨਬੂਤ ਹੋ ਜਾਂਦੀ ਸੀ, ਹੱਡੀਆਂ ਵੀ ਟੁੱਟੀਆਂ ਜਾ ਰਹੀਆਂ ਸਨ। ਇੱਥੇ ਬਾਬਾ ਜੀ ਦਾ ਵੀ ਜਿਹੜਾ ਸਰੀਰ ਸੀ ਇਸੇ ਪ੍ਰਕਾਰ ਸੀ, ਜਿੱਥੇ ਸਿੰਘਾਂ ਦੇ ਮਾਸ ਲੱਥ ਰਹੇ ਸਨ ਸਰੀਰਾਂ ਦੇ ਨਾਲੋਂ ਉਸ ਲੜਾਈ ਦੇ ਵਿੱਚ, ਜਿੱਥੇ ਹੱਡੀਆਂ ਟੁੱਟ ਰਹੀਆਂ ਸਨ, ਜਿੱਥੇ ਕੋਈ ਸੱਟ ਲੱਗਦੀ ਸੀ ਉਸ ਨਿਸ਼ਾਨੇ ਦੇ ਜ਼ਾਲਮ ਵੱਲੋਂ ਭੇਜੇ ਹੋਏ ਦੀ, ਤੇ ਬਾਬਾ ਜੀ ਦੇ ਸਰੀਰ ਨੂੰ ਗੋਲੀਆਂ ਲੱਗ ਚੁੱਕੀਆਂ ਹਨ। ਬਾਬਾ ਜੀ ਦੇ ਸਰੀਰ ਨੂੰ ਤੀਰ ਜਿਹੜੇ ਨੇ ਇਸ ਯੁੱਧ ਦੇ ਵਿੱਚ ਲੱਗ ਚੁੱਕੇ ਨੇ। ਮਾਸ ਜਿਹੜਾ ਹੈ ਸਰੀਰ ਤੋਂ ਲੈਣਾ ਸ਼ੁਰੂ ਹੋ ਗਿਆ, ਕਿਤੇ ਨਾ ਕਿਤੇ ਹੱਡੀਆਂ ਵੀ ਜਿਹੜੀਆਂ ਸਨ ਉਹ ਟੁੱਟਣੀਆਂ ਸ਼ੁਰੂ ਹੋ ਗਈਆਂ। ਤੇ ਇਹੋ ਜਿਹਾ ਸਿੰਘ ਸੂਰਮਾ ਜਿੱਥੇ ਮੇਰੇ ਬਾਬੇ ਨੇ ਇਸ ਗੱਲ ਦੀ ਕਹਾਣੀ ਦਾ ਹੁਣ ਜ਼ਿਕਰ ਕੀਤਾ ਹੈ ਕਿ ਹਾਰਿਓ ਨਾ ਸਿੰਘ ਨੇ ਫਿਰ ਹਾਰ ਨਾ ਮੰਨੀ। ਗੋਲੀਆਂ ਲੱਗ ਚੁੱਕੀਆਂ, ਤੀਰ ਵੱਜ ਰਹੇ ਨੇ, ਜ਼ਖਮੀ ਹੋ ਚੁੱਕੇ ਨੇ, ਖੂਨ ਜਿਹੜਾ ਹੈ ਵਹਿ ਰਿਹਾ ਹੈ, ਪਰ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਅਕਾਲੀ ਜਿਹੜਾ ਹੈ ਉਹ ਜਰਾ ਭਰ ਵੀ ਇਹਨਾਂ ਜ਼ਖਮਾਂ ਦੀ ਪੀੜ ਜਿਹੜੀ ਹੈ, ਜਲਨ ਜਿਹੜੀ ਹੈ, ਪੀੜਾ ਜਿਹੜੀ ਹੈ ਮਹਿਸੂਸ ਨਹੀਂ ਕਰਦੇ ਤੇ ਹਾਰਨ ਦੀ ਉਹਨਾਂ ਦੇ ਵਿੱਚ ਤਾਂ ਕੋਈ ਗੱਲ ਹੀ ਨਹੀਂ ਰਹੀ। ਸਿੰਘ ਸਰੀਰੋ ਜੋ ਰਤ ਭਰਾ, ਆਂਦੇ ਜਿਹੜੇ ਸਿੰਘਾਂ ਦੇ ਸਰੀਰ ਦੇ ਵਿੱਚੋਂ ਰਤ ਨਿਕਲ ਰਿਹਾ ਸੀ, ਬਾਬਾ ਜੀ ਦੇ ਸਰੀਰ ਦੇ ਵਿੱਚੋਂ ਜਿਹੜਾ ਰਤ ਨਿਕਲ ਰਿਹਾ ਸੀ, ਦੇਖੋ ਇਹ ਦੋ ਕੇ ਉਦਾਹਰਨਾਂ ਨੇ ਅੱਗੇ, ਉਹ ਕਿਸ ਤਰ੍ਹਾਂ ਵਹਿ ਰਿਹਾ ਹੈ ਖੂਨ ਜੀ। ਆਂਦੇ ਜਿਵੇਂ ਕੋਲੂ ਦੇ ਵਿੱਚ ਕਿਸੇ ਨੇ ਤੇਲ ਜਿਹੜਾ ਹੈ ਨਾ ਉਹ ਕੱਢਣਾ ਹੋਵੇ ਜੀ, ਤੇ ਜਿਵੇਂ ਕਿਸੇ ਨੇ ਮੁਸ਼ਕ ਬੰਨੀ ਹੋਵੇ ਪਾਣੀ ਵਾਲੀ ਤੇ ਉਸ ਮੁਸ਼ਕ ਦੇ ਵਿੱਚ ਜਿਹੜਾ ਹੈ ਕੋਈ ਛੇਕ ਕਰ ਦਿੰਦਾ ਹੈ ਜੀ, ਤੇ ਫਿਰ ਉਸ ਮੁਸ਼ਕ ਦੇ ਵਿੱਚ ਪਾਣੀ ਵਾਲੀ ਜਿਹੜੀ ਹੁੰਦੀ ਹੈ ਉਹਦੇ ਵਿੱਚ ਜਦੋਂ ਛੇਕ ਕੀਤੇ ਜਾਣ ਤੇ ਪਾਣੀ ਜਿਹੜਾ ਹੈ ਉਹ ਫੁਹਾਰੇ ਵਾਂਗੂ ਜਿਹੜਾ ਹੈ ਫਿਰ ਬਾਹਰ ਨਿਕਲਦਾ ਹੈ। ਤੁਸੀਂ ਦੇਖੋ ਮੁਸ਼ਕ ਕਹਿੰਦੇ ਨੇ ਉਹ ਪਾਣੀ ਵਾਲੀ ਥੈਲੀ ਨੂੰ, ਜਿੱਥੇ ਭਾਈ ਕਨ੍ਹਈਆ ਜੀ ਦੀ ਤੁਸੀਂ ਫੋਟੋ ਦੇਖੀ ਹੋਵੇਗੀ, ਉਹਨਾਂ ਨੇ ਜਿਹੜੀ ਹੈ ਬਾਂਹ ਦੇ ਵਿੱਚ ਜਿਹੜੀ ਹੈ ਪਾਣੀ ਪਿਉਣ ਵਾਲੀ ਜਿਹੜੀ ਬੋਤਲ ਫੜੀ ਹੁੰਦੀ ਹੈ ਉਹਨੂੰ ਕਹਿੰਦੇ ਮੁਸ਼ਕ ਆਦਿ। ਹੁਣ ਉਹਦੇ ਵਿੱਚ ਉਹ ਰਬੜਦੀ ਹੁੰਦੀ ਹੈ ਜ਼ਿਆਦਾਤਰ ਉਹਨਾਂ ਸਮਿਆਂ ਦੇ ਅੰਦਰ, ਤੇ ਜਦੋਂ ਤੀਰ ਵੱਜੇ ਤੇ ਕਹਿ ਲਈਏ ਕਿ ਉਹ ਜਿਹੜੇ ਉਹਦੇ ਵਿੱਚ ਮੋਹਰੀਆਂ ਹੋ ਗਈਆਂ ਤੇ ਹੁਣ ਉਹ ਪਾਣੀ ਤੇ ਜਿਹੜਾ ਸੀ ਫੁਹਾਰੇ ਵਾਂਗੂ ਬਾਹਰ ਨਿਕਲਣਾ ਸੀ ਨਾ। ਆਂਦੇ ਸਿੰਘ ਸਾਹਿਬ ਅਕਾਲੀ ਨਿਹੰਗ ਬਾਬਾ ਗੁਰਬਖਸ਼ ਸਿੰਘ ਜੀ ਦਾ ਜੀਵਨ ਦੇਖੋ ਕਿਦਾਂ ਦੀ ਸ਼ਹੀਦੀ ਨੂੰ ਕਬੂਲ ਕਰ ਰਹੇ ਨੇ ਮਾਲਕ ਦੇ ਘਰ ਦੇ ਅੰਦਰ। ਗੋਲੀਆਂ ਲੱਗ ਚੁੱਕੀਆਂ ਨੇ, ਤੀਰ ਵੱਜ ਚੁੱਕੇ ਨੇ ਤੇ ਖੂਨ ਇਸ ਤਰ੍ਹਾਂ ਜਿਹੜਾ ਹੈ
ਉਹ ਵਹਿ ਰਿਹਾ ਹੈ ਜਿਸ ਤਰ੍ਹਾਂ ਕਿਸੇ ਨੇ ਕੋਲੂ ਦੇ ਵਿੱਚ ਜਿਹੜੀ ਹੈ ਸਰੋਂ ਪੀਣ ਵਾਸਤੇ ਸੁੱਟ ਦਿੱਤੀ ਹੋਵੇ ਤੇ ਚਮੜੀ ਜਿਹੜੀ ਹੈ ਇੱਕ ਅਲੱਗ ਹੋ ਜਾਵੇ ਤੇ ਵਿੱਚੋਂ ਫਿਰ ਜਿਹੜੀ ਹੈ ਖਲ ਵੱਖਰੀ ਨਿਕਲ ਜਾਂਦੀ ਹੈ, ਤੇਲ ਵੱਖਰਾ ਹੋ ਜਾਂਦਾ ਹੈ। ਦੂਜੀ ਉਦਾਹਰਨ ਦੇ ਰਹੇ ਨੇ, ਜਿੱਦਾਂ ਉਸ ਬੋਤਲ ਦੇ ਵਿੱਚ ਕਹਿ ਲਈਏ ਛੇਕ ਹੋ ਜਾਣ ਜਿਸ ਦੇ ਵਿੱਚ ਪਾਣੀ ਪੀਂਦਾ ਹੋਵੇ ਕੋਈ, ਤੇ ਉਹਨਾਂ ਛੇਕਾਂ ਦੇ ਰਾਹੀਂ ਫਿਰ ਜਦੋਂ ਪਾਣੀ ਨਿਕਲਦਾ ਹੈ ਫੁਹਾਰਾ ਬਣ ਕੇ ਨਿਕਲਦਾ ਹੈ। ਬਾਬਾ ਜੀ ਦੇ ਸਰੀਰ ਦੇ ਵਿੱਚੋਂ ਖੂਨ ਇਸ ਤਰ੍ਹਾਂ ਵਹਿ ਰਿਹਾ ਹੈ ਜਿਸ ਤਰ੍ਹਾਂ ਮੰਨ ਲਓ ਕਿ ਖੂਨ ਦੇ ਫੁਹਾਰੇ ਜਿਹੜੇ ਨੇ ਵਿੱਚੋਂ ਨਿਕਲ ਰਹੇ ਹਨ ਜੀ। ਜਿੱਦਾਂ ਜਿੱਦਾਂ ਸਿੰਘ ਸਾਹਿਬ ਅੱਗੇ ਨੂੰ ਜਾਣਾ ਕਰਦੇ ਹਨ ਜੀ। ਜਿੱਦਾਂ ਪਿਚਕਾਰਨ ਕਹਿੰਦੇ ਨੇ ਗੁੱਲੇ ਗੁਲਜ਼ਾਰ, ਭਾਵ ਜਿਸ ਤਰ੍ਹਾਂ ਹੋਲੀ ਦੇ ਵਿੱਚ ਬੱਚੇ ਜਿਹੜੇ ਨੇ ਨਾ ਉਹ ਹੋਲੀ ਖੇਡਦੇ ਨੇ, ਆਪਸ ਦੇ ਵਿੱਚ ਪਿਚਕਾਰੀਆਂ ਲੈ ਲੈਂਦੇ ਨੇ ਤੇ ਉਸ ਪਿਚਕਾਰੀ ਦੇ ਵਿੱਚ ਛੋਟੇ ਜਿਹੇ ਮੂੰਹ ਅੱਗੇ ਕਿੰਨੇ ਕਿੰਨੇ ਛੇਕ ਹੁੰਦੇ ਨੇ ਤੇ ਉਹ ਜਦੋਂ ਇੱਕ ਦੂਜੇ ਤੇ ਪਾਣੀ ਪਾਉਣ ਜਾਂ ਰੰਗ ਪਾਉਣ, ਰੰਗ ਵਾਲਾ ਪਾਣੀ, ਤੇ ਉਹ ਜਿਹੜਾ ਹੈ ਫੁਹਾਰਾ ਬਣ ਕੇ ਬਾਹਰ ਨਿਕਲਦਾ ਹੈ ਪਾਣੀ। ਆਂਦੇ ਇਸ ਤਰ੍ਹਾਂ ਖੂਨ ਦੀ ਹੋਲੀ ਜਿਹੜਾ ਹੈ ਅੱਜ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਅਕਾਲੀ ਖੇਡ ਰਿਹਾ ਹੈ। ਜਿਸ ਤਰ੍ਹਾਂ ਕਿਸੇ ਨੇ ਹੋਲੀ ਦੇ ਵਿੱਚ ਪਿਚਕਾਰੀਆਂ ਚਲਾਉਂਦੇ ਬੱਚਿਆਂ ਦੀ ਖੇਡ ਵੇਖੀ ਹੋਵੇ, ਅੱਜ ਇਹ ਮੌਤ ਲਾੜੀ ਨੂੰ ਵਿਆਹੁਣ ਲੱਗੇ ਨੇ ਤੇ ਹੋਲੀ ਜਿਹੜੀ ਹੈ ਉਹ ਖੇਡ ਰਹੇ ਨੇ। ਬਚਨ ਯਾਦ ਆ ਰਹੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ, ਤੇ ਉੱਥੇ ਮੇਰੇ ਮਾਲਿਕ ਨੇ ਕਹਿਣਾ ਕੀਤਾ, ਆਜ ਹਮਾਰੇ ਬਣੇ ਭਾਗ ਪ੍ਰਭ ਸੰਗੀ ਬਿਲ ਖੇਲਨ ਲਾਗ, ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ, ਲਾਲ ਰੰਗ ਤਿਸ ਕੋ ਲਗਾ ਜਿਸ ਕੈ ਵਡ ਭਾਗਾ, ਮੈਲਾ ਕਦੇ ਨਾ ਹੋਵੇ ਨਹਿ ਲਾਗੇ ਦਾਗਾ। ਉਹ ਜੀਵਨ ਇੱਥੇ ਮਕਬੂਲ ਕਰ ਰਹੇ ਨੇ ਬਾਬਾ ਜੀ। ਆਂਦੇ ਜਿਸ ਤਰ੍ਹਾਂ ਕੋਲੂ ਦੇ ਵਿੱਚ ਤੇਲ ਨਿਕਲਦਾ ਹੈ, ਜਿਸ ਤਰ੍ਹਾਂ ਉਸ ਮੁਸ਼ਕ ਦੇ ਵਿੱਚੋਂ ਜਿਹੜਾ ਹੈ ਪਾਣੀ ਨਿਕਲਦਾ ਹੈ ਪਾਟੀ ਹੋਈ ਚੋਂ, ਇਸ ਤਰ੍ਹਾਂ ਜਿਸ ਤਰ੍ਹਾਂ ਕਹਿ ਲਈਏ ਕਿ ਕੋਈ ਬੱਚਾ ਪਿਚਕਾਰੀਆਂ ਦੇ ਨਾਲ ਕਿਸੇ ਦੇ ਉੱਤੇ ਪਾਣੀ ਪਾਉਂਦਾ ਹੋਏ ਫੁਹਾਰੇ ਵਾਂਗ, ਬਾਬਾ ਜੀ ਦਾ ਖੂਨ, ਸਿੰਘਾਂ ਦਾ ਖੂਨ ਜਿਹੜਾ ਹੈ ਸਰੀਰਾਂ ਦੇ ਵਿੱਚੋਂ ਇੱਦਾਂ ਫੁਹਾਰੇ ਬਣ ਬਣ ਕੇ ਜਿਹੜਾ ਹੈ ਬਾਹਰ ਡੁੱਲ ਰਿਹਾ ਹੈ ਜੀ। ਤੇ ਇੱਦਾਂ ਕੀ ਹੋਇਆ ਤੇ ਰਕਤ ਜਿਹੜਾ ਸੀ ਉਹ ਬਾਹਰ ਜਿਹੜਾ ਸੀ ਉਹ ਚੋਰਿਆ ਸੀ, ਤੇ ਹੁਣ ਸਿੰਘ ਜਿਹੜੇ ਸਨ ਬਾਬਾ ਜੀ ਉਹ ਥੋੜੇ ਜਿਹੜੇ ਨੇ ਨਾ ਕਮਜ਼ੋਰ ਹੁੰਦੇ ਦਿਸੇ। ਕਿੰਨਾ ਕਿ ਚਿਰ ਜਿਹੜਾ ਹੈ ਸਰੀਰ ਦੇ ਵਿੱਚ ਰਕਤ ਰਹੇਗਾ ਤੇ ਇਹਦੇ ਨਾਲ ਜਾਨ ਹੈ, ਤੇ ਹੁਣ ਵਹਿੰਦਾ ਹੀ ਜਾਏ ਰਕਤ, ਉਹਦਾ ਉਪਾਅ ਨਾ ਕੀਤਾ ਜਾਏ ਰੋਕਣ ਦਾ, ਤੇ ਆਖਰ ਨੂੰ ਜਿਹੜਾ ਹੈ ਸਰੀਰ ਜਿਹੜਾ ਕਮਜ਼ੋਰ ਹੀ ਹੋਣਾ ਹੈ। ਇੰਨੇ ਕਿ ਫੱਟ ਲੱਗ ਚੁੱਕੇ ਨੇ, ਇੰਨੇ ਕਿ ਛੇਕ ਹੋ ਚੁੱਕੇ ਨੇ ਤੀਰਾਂ ਤੇ ਗੋਲੀਆਂ ਦੇ ਨਾਲ, ਜਿਸ ਤਰ੍ਹਾਂ ਕੋਈ ਫੁਹਾਰਾ ਚੱਲਦਾ ਹੋਵੇ ਖੂਨ ਦਾ, ਇਸ ਤਰ੍ਹਾਂ ਖੂਨ ਵਹਿ ਰਿਹਾ ਹੈ, ਜਿਹਦੇ ਕਰਕੇ ਹੁਣ ਸਰੀਰ ਜਿਹੜਾ ਹੈ ਬਾਬਾ ਜੀ ਦਾ ਮੈਦਾਨੇ ਜੰਗ ਦੇ ਵਿੱਚ ਜਿਹੜਾ ਹੈ ਉਹ ਢਹਿ ਢੇਰੀ ਹੁੰਦਾ ਜਾ ਰਿਹਾ ਹੈ ਜੀ। ਸਰੀਰ ਚੰਨ ਤੇ ਸਿੰਘ ਤੱਕ ਰਹਿਓ। ਤੇ ਇਸ ਤਰ੍ਹਾਂ ਜਦੋਂ ਯੁੱਧ ਹੋ ਰਿਹਾ ਤੇ ਹੁਣ ਮਜਬੂਰੀ ਸੀ ਕਿ ਸਰੀਰ ਨੇ ਜਦੋਂ ਖੂਨ ਇੰਨਾ ਵਹਿ ਤੁਰਿਆ ਤੇ ਉਹਨੇ ਥੱਕਣਾ ਹੀ ਥੱਕਣਾ, ਇਸ ਕਰਕੇ ਸਰੀਰ ਦੇ ਵਿੱਚ ਹੁਣ ਜਿਹੜਾ ਉਹ ਬਲ ਜਿਹੜਾ ਸੀ ਨਹੀਂ ਰਿਹਾ ਜੀ। ਫਿਰ ਵੀ ਇੰਨਾ ਜੋਸ਼ ਹੈ ਕਿ ਅੱਗੇ ਨੂੰ ਸਿੰਘ ਸਾਹਿਬ ਜਿਹੜੇ ਨੇ ਆਪਣਾ ਪੈਰ ਵਧਾਈ ਜਾ ਰਹੇ ਹਨ ਜੀ। ਮਨ ਦੇ ਵਿੱਚ ਸੋਚਦੇ ਨੇ ਕਿਤੇ ਗੁਰੂ ਦੇ ਨਾਮ ਨੂੰ ਲਾਜ ਨਾ ਲੱਗ ਜਾਵੇ। ਜਿਹੜਾ ਪ੍ਰਣ ਰਾਮਦਾਸ ਦੇ ਘਰ ਦੇ ਵਿੱਚੋਂ ਲੈ ਕੇ ਮੈਂ ਤੁਰਿਆ, ਬਾਬਾ ਦੀਪ ਸਿੰਘ ਕਹਿੰਦਾ ਮੇਰਾ ਸੀਸ ਜਿਹੜਾ ਹੈ ਤੇਰੀਆਂ ਦਹਲੀਜ਼ਾਂ ਦੇ ਵਿੱਚ ਆ ਕੇ ਜਿਹੜਾ ਹੈ ਉਹ ਨਕਮਸਤਕ ਹੋਵੇ ਤੇ ਮੇਰੇ ਪ੍ਰਾਣ ਜਿਹੜੇ ਨੇ ਫਿਰ ਨਿਕਲਣ। ਉਧਰ ਜ਼ਕਰੀਆ ਖਾਨ ਨੂੰ ਬਾਬਾ ਮਣੀ ਸਿੰਘ ਜੀ ਕਹਿੰਦੇ ਨੇ ਤੈਨੂੰ ਆਪਣੀ ਜੁੱਤੀ ਦੀ ਨੋਕ ਦੇ ਉੱਤੇ ਲਾ ਕੇ ਜਿਹੜਾ ਹੈ ਅੱਗੇ ਨੂੰ ਮੈਂ ਖੜਾਂਗਾ। ਇੱਥੇ ਉਹ ਪ੍ਰਣ ਜਿਹੜਾ ਹੈ ਬਾਬਾ ਜੀ ਕਬੂਲ ਕਰ ਰਹੇ ਨੇ, ਧੰਨ ਗੁਰੂ ਰਾਮਦਾਸ ਕਿਤੇ ਤੇਰੇ ਨਾਮ ਨੂੰ ਜਿਹੜੀ ਹੈ ਅੱਜ ਲਾਜ ਨਾ ਲੱਗ ਜਾਵੇ। ਇਸ ਸਿੱਖ ਨੇ ਜਿਹੜਾ ਹੈ ਪ੍ਰਣ ਕੀਤਾ ਹੈ ਮੇਰਾ ਜਿਹੜਾ ਹੈ ਸੀਸ ਤਾਂ ਚਲਾ ਜਾਵੇ ਪਰ ਮੇਰੀ ਕੇਸਾਂ ਸਵਾਸਾਂ ਸੰਗ ਜਿਹੜੀ ਸਿੱਖੀ ਹੈ ਉਹ ਨਿਭ ਜਾਵੇ ਜੀ। ਕੀ ਕਹਿ ਰਹੇ ਨੇ ਬਾਬਾ ਜੀ ਮੁਖੋਂ? ਆਂਦੇ ਪੈਜ ਬਿਰਦ ਕੀ ਸਤਿਗੁਰ ਰਾਖੈ। ਜਿਹੜਾ ਉਹਦਾ ਬਿਰਦ ਬਣ ਜਾਂਦਾ ਹੈ, ਜਿਹੜਾ ਉਹਦੀ ਸ਼ਰਨ ਦੇ ਵਿੱਚ ਆ ਜਾਂਦਾ ਹੈ, ਇਹ ਸਤਿਗੁਰੂ ਦਾ ਬਿਰਦ ਹੈ ਕਿ ਉਹ ਆਪਣੇ ਸ਼ਰਨ ਆਇਆਂ ਦੀ ਲਾਜ ਰੱਖਦਾ ਜੇ ਤੇ ਲਾਜ ਨਾ ਲਾਗੈ ਜੋ ਸਿੰਘ ਆਖੈ। ਜਿਹੜਾ ਸਿੰਘ ਏਦਾਂ ਕਵੇਗਾ
ਉਹ ਫਿਰ ਗੁਰੂ ਦੇ ਨਾਮ ਨੂੰ ਲਾਜ ਨਹੀਂ ਲਾਵੇਗਾ, ਉਹਨਾਂ ਦੇ ਨਾਮ ਨੂੰ ਗੁਰੂ, ਉਹਨਾਂ ਦਾ ਜੀਵਨ ਇੱਥੇ ਮਕਬੂਲ ਹੋ ਜਾਵੇਗਾ ਜੀ। ਹੋਏ ਸ਼ਹੀਦੀ ਮੇਰੀ ਪੂਰੀ। हे ਗੁਰੂ ਰਾਮਦਾਸ, ਮੇਰੀ ਤੇਰੇ ਚਰਨਾਂ ਦੇ ਵਿੱਚ ਅਰਦਾਸ ਹੈ, ਕਿਤੇ ਮੈਂ ਜਿਹੜਾ ਹੈ ਇਹਨਾਂ ਦੇ ਹੱਥੋਂ ਜਿਹੜਾ ਹੈ ਉਸ ਤਰ੍ਹਾਂ ਨਾ ਮਰਾਂ ਕਿ ਮੇਰੀ ਸ਼ਹੀਦੀ ਤੇਰੇ ਚਰਨਾਂ 'ਚ ਕਬੂਲ ਨਾ ਹੋਵੇ। ਮੇਰੀ ਇੱਕੋ ਅਰਦਾਸ ਹੈ ਕਿ ਮੈਂ ਤੇਰੇ ਚਰਨਾਂ 'ਚ ਆਪਣੀ ਸ਼ਹੀਦੀ ਸਰੀਰ ਦੀ ਅਹੁਤੀ ਦੇ ਦੇਵਾਂ। ਬਾਰ ਬਾਰ ਸਿੰਘ ਮੰਗਿਆ ਜ਼ਰੂਰੀ। ਬਾਬਾ ਜੀ ਦੋਨੋਂ ਹੱਥ ਜੋੜ ਕੇ ਜਿਹੜੇ ਨੇ ਬਾਰ-ਬਾਰ ਇਹ ਅਰਦਾਸ ਕਰਦੇ ਹਨ ਜੀ। ਦੂਰਾ ਤੋਂ ਗਿਲ ਜੈ ਆਰੇ ਵੱਡੀ ਫੌਜ ਲੈ ਸਾਥ। ਤੇ ਇੰਨੇ ਦੇਰ ਨੂੰ ਉਹ ਜਿਹੜੇ ਗਿਲਜੇ ਸਨ ਆਪਣਾ ਲਾਹੋ ਲਸ਼ਕਰ ਥੋੜਾ ਹੋਰ ਅੱਗੇ ਨੂੰ ਵਧਾਉਂਦਿਆਂ ਹੋਇਆਂ ਉਹਨਾਂ ਨੇ ਬਾਬਾ ਜੀ ਦੇ 4 ਸਫੇਰੇ ਜਿਹੜੇ ਨੇ ਘੇਰਾ ਪਾਉਣਾ ਕੀਤਾ ਹੈ ਜੀ। ਸਿੰਘ ਬੁਰਾਏ ਸੋ ਜਨ ਲਿਓ ਵੱਡਾ ਨੇਜਨ ਕੈਸਾ। ਕੀ ਹੋਇਆ? ਜਿਸ ਤਰ੍ਹਾਂ ਕੋਈ ਮਾਲਾ ਜਿਹੜੀ ਹੈ ਉਹ ਨੇਜਿਆਂ ਦੇ ਵਿੱਚ ਪਰੋ ਦਿੱਤੀ ਜਾਵੇ, ਜਿਸ ਤਰ੍ਹਾਂ ਇੱਕ ਮਣਕਾ ਜਿਹੜਾ ਹੈ ਨੇਜਿਆਂ ਦੀ ਸ਼ਰਨ ਦੇ ਵਿੱਚ ਆ ਜਾਵੇ, ਇਸ ਤਰ੍ਹਾਂ ਉਹਨਾਂ ਗਿਲਜਿਆਂ ਨੇ ਬਾਬਾ ਜੀ ਨੂੰ ਨੇਜਿਆਂ ਦੇ ਨਾਲ ਘੇਰਾ ਪਾ ਲਿਆ ਹੈ ਜੀ। ਤੇ ਇਹੋ ਜਿਹੇ ਕਰਮ ਦੇ ਵਿੱਚ ਵੀ ਬਾਬਾ ਜੀ ਨੇ ਆਪਣੀ ਹਿੰਮਤ ਜਿਹੜੀ ਹੈ ਨਹੀਂ ਛੱਡੀ ਕਿ ਮੈਨੂੰ ਘੇਰਾ ਪੈ ਗਿਆ। ਤੇ ਨੇਜਿਆਂ ਦੇ ਵਾਰ ਹੁਣ ਉਹ ਜ਼ਾਲਮ ਜਿਹੜੇ ਨੇ ਬਾਬਾ ਜੀ ਦੇ ਸਰੀਰ ਤੇ ਢਾ ਰਹੇ ਹਨ ਜੀ। ਤੇ ਉਸ ਸਮੇਂ ਸਿੰਘ ਦੇ ਸਾਹਮਣੇ ਕੋਈ ਡਰਦਾ ਬਹੁਤਾ ਵੀ ਅੱਗੇ ਨਹੀਂ ਹੁੰਦਾ ਜੀ। ਤੇ ਇਸ ਤਰ੍ਹਾਂ ਸਿੰਘਾਂ ਤੋਂ ਡਰਦੇ ਡਰਦੇ ਥੋੜੇ ਪਿੱਛੇ ਨੂੰ ਵੀ ਹੋ ਰਹੇ ਹਨ ਜੀ। ਤੇ ਬਾਬਾ ਜੀ ਦਾ ਜੀਵਨ ਦੇਖੋ ਇੰਨਾ ਕੁਝ ਹੋ ਚੁੱਕਾ ਹੈ ਇਸ ਮੈਦਾਨੇ ਜੰਗ ਦੇ ਅੰਦਰ, ਫਿਰ ਵੀ ਨਜ਼ਰਾਂ ਜਿਹੜੀਆਂ ਨੇ ਪਿੱਛੇ ਨੂੰ ਨਹੀਂ ਮੁੜਦੀਆਂ ਪਈਆਂ, ਫਿਰ ਵੀ ਮੈਦਾਨੇ ਜੰਗ ਚੋਂ ਪਿੱਛੇ ਭੱਜਣ ਦਾ ਕੋਈ ਖਿਆਲ ਨਹੀਂ ਹੈ ਜੀ। ਮਤਾ ਕੋਈ ਜਗਤ ਦੇ ਵਿੱਚ ਬਾਅਦ ਚੋਂ ਆਖੇ ਕਿ ਇਹਨੇ ਗੁਰੂ ਰਾਮਦਾਸ ਜੀ ਦੇ ਘਰ ਦੇ ਵਿੱਚ ਅਰਦਾਸ ਕੀਤੀ ਸੀ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਤਖਤ ਦਾ ਜਿਹੜਾ ਸੀ ਇਹ ਜਥੇਦਾਰ ਸੀ ਤੇ ਆਪਣੇ ਕੀਤੇ ਹੋਏ ਬਚਨਾਂ ਤੋਂ ਜਿਹੜਾ ਮੁਕਰ ਗਿਆ। ਮੈਂ ਇਹ ਪ੍ਰਣ ਕੀਤਾ ਹੈ ਕਿ ਜਗਤ ਕਿਤੇ ਮੈਨੂੰ ਜਿਹੜਾ ਹੈ ਬਾਅਦ ਦੇ ਵਿੱਚ ਕੋਈ ਜਿਹੜਾ ਹੈ ਦਾਗ ਨਾ ਲਾਵੇ। ਜੇ ਮਰਾਂਗਾ ਤੇ ਮੈਦਾਨੇ ਜੰਗ ਦੇ ਵਿੱਚ ਮਰਾਂਗਾ, ਨਹੀਂ ਤਾਂ ਮੇਰਾ ਕੋਈ ਤਕੀਦਾ ਨਹੀਂ ਕਿ ਮੈਂ ਇਸ ਮੈਦਾਨੇ ਯੁੱਗ ਦੇ ਵਿੱਚੋਂ ਜਿਹੜਾ ਹੈ ਪਿੱਛੇ ਭੱਜ ਜਾਵਾਂ। ਤੇ ਉਸੇ ਸਮੇਂ ਉਹਨਾਂ ਜ਼ਾਲਮਾਂ ਨੇ ਬਾਬਾ ਜੀ ਨੂੰ ਨੇਜਿਆਂ ਦੀਆਂ ਨੋਕਾਂ ਦੇ ਨਾਲ ਪਿੱਠ ਤੋਂ ਜਿਹੜਾ ਹੈ ਥੱਲੇ ਨੂੰ ਦਬਾਉਣਾ ਕੀਤਾ ਹੈ। ਬੜਾ ਜ਼ੋਰ ਲਾ ਕੇ ਕਿਤੇ ਨਿਹੰਗ ਸਿੰਘ ਜਿਹੜਾ ਸੀ ਉਹ ਪਕੜਦੇ ਆਉਂਦਾ ਸੀ। ਇੰਨਾ ਮਹਾਨ ਯੋਧਾ ਸੀ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ। ਕਹਿਣ ਲੱਗੇ ਬੜੇ ਜ਼ੋਰ ਦੇ ਨਾਲ ਉਹਨਾਂ ਦਾ ਸੀਸ ਜਿਹੜਾ ਸੀ ਭਾਵ ਉਹਨਾਂ ਨੂੰ ਝੁਕਾਉਣਾ ਕੀਤਾ ਹੈ ਜੀ। ਜਦੋਂ ਇੰਨੇ ਜਾਣਿਆਂ ਨੇ ਇੱਕੋ ਦਮ ਜ਼ੋਰ ਲਾਇਆ ਤੇ ਇਹ ਅਚਨਚੇਤ ਸੀ ਕਿ ਬਾਬਾ ਜੀ ਗੋਡੇ ਪਾਰ ਹੋ ਕਰਕੇ ਜ਼ਮੀਨ ਤੇ ਡਿੱਗ ਪਏ ਹਨ ਜੀ। ਫਿਰ ਵੀ ਦੇਖੋ ਕਿੰਨਾ ਜਜ਼ਬਾ ਹੈ ਮਰਨ ਦਾ। ਉਹ ਗੋਡੇ ਭਾਰ ਤਾਂ ਡਿੱਗ ਗਏ ਨੇ ਪਰ ਹੱਥ ਦੇ ਵਿੱਚ ਜਿਹੜੀ ਹੈ ਤਲਵਾਰ ਉਹ ਨਹੀਂ ਛੱਡੀ ਜੀ। ਆਪਣੇ ਮਨ ਦੇ ਵਿੱਚ ਇਹ ਸੋਚ ਤੇ ਵਿਚਾਰ ਕਰਕੇ ਕਿ ਕਿਤੇ ਗੁਰੂ ਦੇ ਨਾਮ ਨੂੰ ਦਾਗ ਨਾ ਲੱਗ ਜਾਵੇ। ਆਪੂ ਤਾਂ ਥੱਲੇ ਡਿੱਗ ਪਏ ਨੇ ਪਰ ਹੱਥ ਦੇ ਵਿੱਚੋਂ ਖੜਗ ਜਿਹੜੀ ਹੈ ਨਹੀਂ ਡਿੱਗਣ ਦਿੰਦੇ ਜੀ। ਨਾਲ ਇਹ ਵੀ ਸੋਚਦੇ ਨੇ ਕਿਤੇ ਬਿਨਾਂ ਹਥਿਆਰਾਂ ਤੋਂ ਇਹ ਗਿਲਜੇ ਇਹ ਨਾ ਸੋਚ ਲੈਣ ਕਿ ਇਹਨੇ ਹੱਥ ਖੜੇ ਕਰ ਦਿੱਤੇ ਕਿ ਮੈਨੂੰ ਜਿਹੜਾ ਹੈ ਤੁਹਾਡੀ ਸ਼ਰਨ ਮਨਜ਼ੂਰ ਹੈ, ਮੈਂ ਇਸ ਕਰਕੇ ਤਲਵਾਰ ਜਿਹੜੀ ਹੈ ਉਹ ਖੜਗ ਥੱਲੇ ਨਹੀਂ ਸੁੱਟਣਾ ਚਾਹੁੰਦਾ। ਕਿਤੇ ਇਹ ਉਸ ਚੀਜ਼ ਨੂੰ ਸਮਝਦਿਆਂ ਹੋਇਆਂ ਮੇਰੇ ਤੇ ਸੀਸ ਤੇ ਵਾਰ ਕਰ ਦੇਵਨ। ਕਿਤੇ ਮੇਰੇ ਸੀਸ ਦੇ ਉੱਤੇ ਜਿਹੜਾ ਵਾਰ ਨਾ ਕਰ ਦੇਣ। ਤੇ ਇਸ ਤਰ੍ਹਾਂ ਮੈਂ ਸਿੱਖੀ ਤੋਂ ਜਿਹੜਾ ਹੈ ਬੇਦਖਲ ਨਾ ਹੋ ਜਾਵਾਂ। ਜੇ ਕਿਤੇ ਇਹ ਸਮਾਂ ਮੇਰੇ ਕੋਲ ਛਿਨ ਗਿਆ ਤੇ ਮੈਂ ਗੁਰੂ ਰਾਮਦਾਸ ਦੇ ਘਰ ਦੇ ਵਿੱਚ ਕੀ ਮੂੰਹ ਲੈ ਕੇ ਜਾਵਾਂਗਾ। ਉਹਨਾਂ ਨੇ ਮਨ ਦੇ ਵਿੱਚ ਇਸ ਤਰ੍ਹਾਂ ਧਾਰਨਾ ਕੀਤਾ ਕਿ ਇਸ ਤੋਂ ਵਧੀਆ ਸਮਾਂ ਜਿਹੜਾ ਹੈ ਮੇਰੀ ਜ਼ਿੰਦਗੀ ਦਾ ਹੁਣ ਆ ਨਹੀਂ ਸਕਦਾ।
कि मैं इस रण भूमि दे विच जिहड़ा है अपने शरीर की आहुति दे देवां, इस तो वधिया समा कोई बन नहीं सकता जी। ते गुरु रामदास जी के चरणों दे विच बेनती करन लगा बाबा गुरबख्श सिंह जी निहंग अकाली, कहन लगा हे गुरु रामदास हुण शरीर जिहड़ा है आप जी दे सामने है, हुण तां बस जालम दी जिहड़ी तलवार है इस सीस नूं जिहड़ा है धड़ दे नालों अलग कर देवे, ये मेरी अरदास है जी। ते उसे समय बाबा जी दे जिहड़े कमर कस्से दे विच दो धारी खंडा है, बाबा जी ने एकदम शुरू करदा जिहड़ा है कढना कीता ते बड़ी वड्डी ललकार मार करके ओ अबदाली दे जारो इधर आओ, इस तरह ललकार मारदे हन। कहन लगे मैं तुहाडे अगे सीस नहीं निवा सकदा, ये गुरु रामदास जी दे घर दे विच जिहड़ा है झुक सकदा है, ये शरीर वाहिगुरु शरीर नालों सीस अलग तां हो सकदा है पर तुहाडे अगे झुक नहीं सकदा जी। प्यार नाल आखो सतनाम श्री वाहिगुरु। तेग बहादुर कै चल जान, तेग बहादुर सी गिरिया किनू न कीनी आन। ਉਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਯਾਦ ਕਰ ਰਿਹਾ, ਕਹਿਣ ਲੱਗੇ ਜਿੱਦਾਂ ਚਾਂਦਨੀ ਚੌਂਕ ਦੇ ਅੰਦਰ ਗੁਰੂ ਤੇਗ ਬਹਾਦਰ ਨੇ ਆਪਣਾ ਸੀਸ ਜਿਹੜਾ ਸੀ ਉਹ ਧਰਮ ਦੀ ਰੱਖਿਆ ਵਾਸਤੇ ਤਿਲਕ ਜੰਜੂ ਰਾਖਾ ਪ੍ਰਗਟਾਂਕਾ ਕੀਨੂ ਬੜੋ ਕਲੂ ਪੇ ਸਾਕਾ ਆਪਣਾ ਸੀਸ ਜਿਹੜਾ ਸੀ ਭੇਟ ਕਰ ਦਿੱਤਾ। ਇਹ ਸੀਸ ਜਿਹੜਾ ਹੈ ਹੁਣ ਭੇਟਾ ਤਾਂ ਹੋ ਸਕਦਾ ਗੁਰੂ ਦਰਬਾਰ ਦੇ ਅੰਦਰ, ਇਹ ਗਿਲਜਿਓ ਤੁਹਾਡੇ ਅੱਗੇ ਜਿਹੜਾ ਹੈ ਝੁਕ ਨਹੀਂ ਸਕਦਾ ਜੀ। ਗਿਲਜਿਆਂ ਨੇ ਫਿਰ ਜਿਹੜੀ ਹੈ ਤੇਗ ਜਿਹੜੀ ਹੈ ਉਹ ਕੱਢਣੀ ਕੀਤੀ ਹੈ ਜੀ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕਦਮ ਕਿਸੇ ਗਿਲਜੇ ਦੇ ਵੱਲੋਂ ਕੀਤਾ ਹੋਇਆ ਵਾਰ ਧੰਨ ਬਾਬਾ ਸ਼ਹੀਦ ਅਕਾਲੀ ਨਿਹੰਗ ਗੁਰਬਖਸ਼ ਸਿੰਘ ਜੀ ਦੇ ਧੜ ਦੇ ਉੱਤੇ ਜਿਹੜਾ ਹੋਣਾ ਕਰਦਾ ਹੈ ਤੇ ਜਿਹੜਾ ਸੀਸ ਹੈ ਉਹ ਅਲੱਗ ਹੋ ਜਾਂਦਾ ਹੈ ਤੇ ਧੜ ਜਿਹੜਾ ਹੈ ਅਲੱਗ ਹੋ ਜਾਂਦਾ ਹੈ ਜੀ। ਇਸ ਤਰ੍ਹਾਂ ਬਾਬਾ ਗੁਰਬਖਸ਼ ਸਿੰਘ ਜੀ ਦਾ ਸੰਸਾਰ ਦੇ ਉੱਤੇ ਆਉਣਾ ਹੋਇਆ ਸਫਲ ਹੋ ਗਿਆ। ਉਹਨਾਂ ਦਾ ਕੀਤਾ ਹੋਇਆ ਪ੍ਰਣ ਜਿਹੜਾ ਹੈ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਘਰ ਵਿੱਚ ਪੂਰਾ ਹੋਇਆ। ਉਸ ਬੰਦੇ ਦਾ ਉਸ ਸਿੱਖ ਦਾ ਜਿਹੜਾ ਹੈ ਇਸ ਸੰਸਾਰ ਦੇ ਉੱਤੇ ਜਿਹੜਾ ਸੀ ਮਰਨਾ ਵੀ ਕਬੂਲ ਹੋ ਗਿਆ। ਜਿਸ ਦਿਨ ਜਨਮ ਲਿਆ ਉਸ ਦਿਨ ਉਹਦਾ ਆਉਣਾ ਵੀ ਜਿਹੜਾ ਸੀ ਸੰਸਾਰ ਦੇ ਉੱਤੇ ਜਿਹੜਾ ਸੀ ਉਹ ਸਫਲ ਹੋ ਗਿਆ। ਤੇ ਉੱਪਰ ਫਿਰ ਸ਼ਹੀਦਾਂ ਦੇ ਵਿੱਚ ਜਿਹੜੀ ਸੀ ਇਸ ਗੱਲ ਦੇ ਡੰਕੇ ਤੇ ਇਸ ਗੱਲ ਦੀਆਂ ਵਧਾਈਆਂ ਸ਼ਹਿਨਾਈਆਂ ਜਿਹੜੀਆਂ ਨੇ ਵੱਜਣ ਬਹਿ ਗਈਆਂ। ਬਾਣੀ ਦਾ ਇੱਕ ਅਲਫਾਜ਼ ਕਹਿ ਕੇ ਸਮਾਪਤੀ ਹੈ। ਆਪ ਜੀ ਬਾਣੀ ਪੜ੍ਹਨ ਵਾਲੇ ਬੈਠੇ ਹੋ ਤੇ ਸੱਚੀ ਹੈ ਜਦੋਂ ਇਸ ਪਦੇ ਨੂੰ ਮੈਂ ਪੜ੍ਹਦਾ ਹਾਂ ਆਪ ਵੀ ਰੋਜ਼ਾਨਾ ਸੁਖਮਨੀ ਸਾਹਿਬ ਜੀ ਦੀ ਬਾਣੀ ਪੜ੍ਹਨ ਵਾਲੇ ਬੈਠੇ ਹੋਵੋਗੇ। ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸੁਆਓ ਜਨ ਕੇ ਸੰਗ ਚਿਤ ਆਵੇ ਨਾਓ। ਆਪ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਇਹੋ ਜਿਹੇ ਮਹਾਨ ਸ਼ਹੀਦ ਨੂੰ ਜਿਹੜੀ ਹੈ ਉਹ ਨਮਸਕਾਰ ਹੀ ਹੋਣੀ ਬਣਦੀ ਹੈ ਜਿਨ੍ਹਾਂ ਦੀ ਮਹਾਨ ਯਾਦਗਾਰ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਬੈਕ ਸਾਈਡ ਦੇ ਉੱਤੇ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਅਕਾਲੀ ਦੀ ਯਾਦ ਵਿੱਚ ਜਿਹੜਾ ਹੈ ਇੱਕ ਮਹਾਨ ਗੁਰਦੁਆਰਾ ਸਾਹਿਬ ਜਿਹੜਾ ਹੈ ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਜਿਹੜਾ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਸਦਕਾ ਸਿੱਖ ਸੰਗਤਾਂ ਨੇ ਜਿਹੜਾ ਹੈ ਉਹ ਤਾਮੀਰ ਕੀਤਾ ਹੋਇਆ ਹੈ। ਵਾਹਿਗੁਰੂ ਸਿੱਖ ਸੰਗਤਾਂ ਜਾਂਦੀਆਂ ਨੇ ਤੇ ਉੱਥੇ ਆਪਣਾ ਸੀਸ ਜਿਹੜਾ ਹੈ ਨਕ ਮਸਤਕ ਜਿਹੜਾ ਨੇ ਉਹ ਕਰਦੀਆਂ ਨੇ। ਅਗਲੀ ਕਥਾ ਦੇ ਅੰਦਰ ਕਿਸ ਤਰ੍ਹਾਂ ਇਹਨਾਂ